ਧੀਆਂ ਬੋਝ ਨਹੀਂ ਨੇ। ਬੇਟੀ ਬਚਾਓ ਬੇਟੀ ਪੜ੍ਹਾਓ। ਅਜਿਹੇ ਕਈ ਨਾਅਰਿਆਂ ਨਾਲ ਸਰਕਾਰ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ। ਪਰ ਅਸਲ ਦੇ ਵਿੱਚ ਜੇਕਰ ਧੀਆਂ ਦੀ ਬਾਦਸ਼ਾਹਤ ਵੇਖਣੀ ਹੋਵੇ ਤਾਂ ਹਰਿਆਣਾ ਦੇ ਨੂਹ ਦਾ ਇੱਕ ਪਰਿਵਾਰ ਇੱਕ ਮਿਸਾਲ ਹੈ। ਉਂਝ ਤਾਂ ਇਸ ਪਰਿਵਾਰ ਨੇ ਪੁੱਤ ਦੀ ਆਸ ਵਿੱਚ 11 ਧੀਆਂ ਪੈਦਾ ਕਰ ਦਿੱਤੀਆਂ, ਪਰ ਹੁਣ ਇਹ 11 ਭੈਣਾਂ ਪਰਿਵਾਰ ਦਾ ਨਾਂ ਰੋਸ਼ਨ ਕਰ ਰਹੀਆਂ ਨੇ। ਉਹਨਾਂ ਦੀ ਪੂਰੇ ਜ਼ਿਲ੍ਹੇ ਵਿੱਚ ਚਰਚਾ ਹੈ। ਦਰਅਸਲ ਕਈ ਸਾਲ ਪਹਿਲਾਂ ਮੇਵਾਤ ਦੇ ਚੰਦੇਨੀ ਨਿਵਾਸੀ ਰਿਆਜ਼ ਖਾਨ ਦੇ ਘਰ ਸਾਲ ਦਰ ਸਾਲ ਧੀਆਂ ਜਨਮ ਲੈ ਰਹੀਆਂ ਸਨ, ਪਰ ਉਸ ਦੀ ਇੱਕ ਪੁੱਤਰ ਪੈਦਾ ਕਰਨ ਦੀ ਇੱਛਾ ਸੀ। ਪੁੱਤਰ ਨੇ ਜਨਮ ਲਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹ 11 ਬੇਟੀਆਂ ਸਫਲਤਾ ਦੀ ਅਜਿਹੀ ਪੌੜੀਆਂ ਚੜ੍ਹਦੀ ਗਈਆਂ ਕਿ ਮਾਂ ਰਸ਼ੀਦਾ ਬੇਗਮ ਅਤੇ ਪਿਤਾ ਰਿਆਜ਼ ਖਾਨ ਨੂੰ ਬੇਟੇ ਬਾਰੇ ਸੋਚਣ ਦਾ ਮੌਕਾ ਵੀ ਨਹੀਂ ਦਿੱਤਾ। ਧੀਆਂ ਨੇ ਵੱਡੀਆਂ ਹੋ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਫਿਰ ਇੱਕ ਦਿਨ ਅਜਿਹਾ ਆਇਆ ਕਿ ਧੀਆਂ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ। ਅੱਜ ਕੁਝ ਸਰਕਾਰੀ ਨੌਕਰੀ ਕਰਦੀਆਂ ਨੇ ਅਤੇ ਕੁਝ ਨਿੱਜੀ ਖੇਤਰ ਵਿੱਚ ਚੰਗੇ ਅਹੁਦਿਆਂ ਤੇ ਨੇ। ਨੂੰਹ ਨੂੰ ਸੂਬੇ ਦਾ ਇੱਕ ਪਛੜਿਆ ਜ਼ਿਲ੍ਹਾ ਮੰਨਿਆ ਜਾਂਦਾ ਹੈ, ਜਿੱਥੇ ਕਿਸੇ ਵੱਡੀ ਥਾਂ ਤੇ ਪਹੁੰਚਣਾ ਇੰਨਾ ਆਸਾਨ ਨਹੀਂ ਹੈ, ਪਰ ਰਿਆਜ਼ ਖਾਨ ਦੀ ਧੀਆਂ ਨੇ ਇਸ ਨੂੰ ਆਸਾਨ ਬਣਾ ਦਿੱਤਾ। ਰਿਆਜ਼ ਖਾਨ ਨੇ ਆਪਣੀਆਂ ਧੀਆਂ ਨੂੰ ਪੜ੍ਹਾ ਕੇ ਪੂਰੇ ਦੇਸ਼ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ। ਨਫੀਸਾ ਰਿਆਜ਼ ਐਮਏ ਤੱਕ ਪੜ੍ਹੀ ਹੋਈ ਹੈ ਅਤੇ ਟੀਜੀਟੀ ਟੀਚਰ ਹੈ। ਸ਼ਬਨਮ ਨੇ ਵੀ ਐਮਏ ਕੀਤੀ ਹੈ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਹੈ। ਅਫਸਾਨਾ ਨੇ ਐਮਏ ਤੱਕ ਪੜ੍ਹਾਈ ਕੀਤੀ ਹੈ ਅਤੇ ਸਹਾਇਕ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੀ ਹੈ। ਇਸੇ ਤਰ੍ਹਾਂ ਹੋਰ ਭੈਣਾਂ ਵੀ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿੱਚ ਚੰਗੇ ਅਹੁਦਿਆਂ ਤੇ ਨੇ। ਸਭ ਤੋਂ ਛੋਟੀ ਬੁਸਰਾ ਐਮਏ ਤੱਕ ਪੜ੍ਹੀ ਹੋਈ ਹੈ ਅਤੇ ਜਲਦੀ ਹੀ ਚੰਗੇ ਅਹੁਦੇ ਤੇ ਕੰਮ ਕਰੇਗੀ। ਹੋਣਹਾਰ ਧੀਆਂ ਨੂੰ ਪਹਿਚਾਣ ਦਿਵਾਉਣ ਵਾਲੇ ਪਿਤਾ ਰਿਆਜ਼ ਖਾਨ ਕਰੀਬ 12 ਸਾਲ ਪਹਿਲਾਂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਪਿਤਾ ਦੀ ਮੌਤ ਤੋਂ ਬਾਅਦ ਵੱਡੀਆਂ ਧੀਆਂ ਨੇ ਛੋਟੀਆਂ ਭੈਣਾਂ ਦੇ ਵਿਆਹ ਅਤੇ ਸਭ ਤੋਂ ਛੋਟੀ ਬਸ਼ਰਾ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਪਿਤਾ ਨੇ ਆਪਣੇ ਜੀਵਨ ਭਰ ਦੀ ਕਮਾਈ ਨਾਲ ਧੀਆਂ ਨੂੰ ਅਜਿਹੀ ਸਿਖਲਾਈ ਦਿੱਤੀ ਕਿ ਅੱਜ ਉਹਨਾਂ ਦਾ ਨਾਂ ਰੋਸ਼ਨ ਹੋ ਰਿਹਾ ਹੈ। ਇਸ ਤੋਂ ਬਾਅਦ ਇਹ 11 ਬੇਟੀਆਂ ਸਫਲਤਾ ਦੀ ਅਜਿਹੀ ਪੌੜੀ ਚੜ੍ਹਦੀਆਂ ਗਈਆਂ ਕਿ ਮਾਂ ਰਸ਼ੀਦਾ ਬੇਗਮ ਅਤੇ ਪਿਤਾ ਰਿਆਜ਼ ਖਾਨ ਨੂੰ ਬੇਟੇ ਬਾਰੇ ਸੋਚਣ ਦਾ ਮੌਕਾ ਵੀ ਨਹੀਂ ਦਿੱਤਾ। ਇਹਨਾਂ ਧੀਆਂ ਨੇ ਵੱਡੀਆਂ ਹੋ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਫਿਰ ਇੱਕ ਦਿਨ ਅਜਿਹਾ ਆਇਆ ਕਿ ਇਹਨਾਂ ਧੀਆਂ ਨੇ ਆਪਣੇ ਮਾਪਿਆਂ ਦਾ ਨਾਮ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ। ਧੀਆਂ ਬੋਝ ਨਹੀਂ ਨੇ। ਬੇਟੀ ਬਚਾਓ ਬੇਟੀ ਪੜ੍ਹਾਓ। ਅਜਿਹੇ ਕਈ ਨਾਅਰਿਆਂ ਨਾਲ ਸਰਕਾਰ ਲੋਕਾਂ ਨੂੰ ਜਾਗਰੂਕ ਕਰਦੀ ਰਹਿੰਦੀ ਹੈ, ਪਰ ਅਸਲ ਦੇ ਵਿੱਚ ਜੇਕਰ ਧੀਆਂ ਦੀ ਬਾਦਸ਼ਾਹਤ ਵੇਖਣੀ ਹੋਵੇ ਤਾਂ ਹਰਿਆਣਾ ਦੇ ਨੂਹ ਦਾ ਇੱਕ ਪਰਿਵਾਰ ਇੱਕ ਮਿਸਾਲ ਹੈ। ਉਂਝ ਤਾਂ ਇਸ ਪਰਿਵਾਰ ਨੇ ਪੁੱਤ ਦੀ ਆਸ ਵਿੱਚ 11 ਧੀਆਂ ਪੈਦਾ ਕਰ ਦਿੱਤੀਆਂ, ਪਰ ਹੁਣ ਇਹ 11 ਭੈਣਾਂ ਪਰਿਵਾਰ ਦਾ ਨਾਂ ਰੋਸ਼ਨ ਕਰ ਰਹੀਆਂ ਨੇ। ਉਹਨਾਂ ਦੀ ਪੂਰੇ ਜ਼ਿਲ੍ਹੇ ਵਿੱਚ ਚਰਚਾ ਹੈ। ਦਰਅਸਲ ਕਈ ਸਾਲ ਪਹਿਲਾਂ ਮੇਵਾਤ ਦੇ ਚੰਦੇਨੀ ਨਿਵਾਸੀ ਰਿਆਜ਼ ਖਾਨ ਦੇ ਘਰ ਸਾਲ ਦਰ ਸਾਲ ਧੀਆਂ ਜਨਮ ਲੈ ਰਹੀਆਂ ਸਨ, ਪਰ ਉਸ ਦੀ ਇੱਕ ਪੁੱਤਰ ਪੈਦਾ ਕਰਨ ਦੀ ਇੱਛਾ ਸੀ। ਪੁੱਤਰ ਨੇ ਜਨਮ ਲਿਆ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹ 11 ਬੇਟੀਆਂ ਸਫਲਤਾ ਦੀ ਅਜਿਹੀ ਪੌੜੀਆਂ ਚੜ੍ਹਦੀ ਗਈਆਂ ਕਿ ਮਾਂ ਰਸ਼ੀਦਾ ਬੇਗਮ ਅਤੇ ਪਿਤਾ ਰਿਆਜ਼ ਖਾਨ ਨੂੰ ਬੇਟੇ ਬਾਰੇ ਸੋਚਣ ਦਾ ਮੌਕਾ ਵੀ ਨਹੀਂ ਦਿੱਤਾ। ਧੀਆਂ ਨੇ ਵੱਡੀਆਂ ਹੋ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਫਿਰ ਇੱਕ ਦਿਨ ਅਜਿਹਾ ਆਇਆ ਕਿ ਧੀਆਂ ਨੇ ਆਪਣੇ ਮਾਪਿਆਂ ਦਾ ਮਾਣ ਵਧਾਇਆ। ਅੱਜ ਕੁਝ ਸਰਕਾਰੀ ਨੌਕਰੀ ਕਰਦੀਆਂ ਨੇ ਅਤੇ ਕੁਝ ਨਿੱਜੀ ਖੇਤਰ ਵਿੱਚ ਚੰਗੇ ਅਹੁਦਿਆਂ ਤੇ ਨੇ। ਨੂੰਹ ਨੂੰ ਸੂਬੇ ਦਾ ਇੱਕ ਪਛੜਿਆ ਜ਼ਿਲ੍ਹਾ ਮੰਨਿਆ ਜਾਂਦਾ ਹੈ, ਜਿੱਥੇ ਕਿਸੇ ਵੱਡੀ ਥਾਂ ਤੇ ਪਹੁੰਚਣਾ ਇੰਨਾ ਆਸਾਨ ਨਹੀਂ ਹੈ, ਪਰ ਰਿਆਜ਼ ਖਾਨ ਦੀ ਧੀਆਂ ਨੇ ਇਸ ਨੂੰ ਆਸਾਨ ਬਣਾ ਦਿੱਤਾ। ਰਿਆਜ਼ ਖਾਨ ਨੇ ਆਪਣੀਆਂ ਧੀਆਂ ਨੂੰ ਪੜ੍ਹਾ ਕੇ ਪੂਰੇ ਦੇਸ਼ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ। ਨਫੀਸਾ ਰਿਆਜ਼ ਐਮਏ ਤੱਕ ਪੜ੍ਹੀ ਹੋਈ ਹੈ ਅਤੇ ਟੀਜੀਟੀ ਟੀਚਰ ਹੈ। ਸ਼ਬਨਮ ਨੇ ਵੀ ਐਮਏ ਕੀਤੀ ਹੈ ਅਤੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੀ ਹੈ। ਅਫਸਾਨਾ ਨੇ ਐਮਏ ਤੱਕ ਪੜ੍ਹਾਈ ਕੀਤੀ ਹੈ ਅਤੇ ਸਹਾਇਕ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੀ ਹੈ। ਇਸੇ ਤਰ੍ਹਾਂ ਹੋਰ ਭੈਣਾਂ ਵੀ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿੱਚ ਚੰਗੇ ਅਹੁਦਿਆਂ ਤੇ ਨੇ। ਸਭ ਤੋਂ ਛੋਟੀ ਬੁਸਰਾ ਐਮਏ ਤੱਕ ਪੜ੍ਹੀ ਹੋਈ ਹੈ ਅਤੇ ਜਲਦੀ ਹੀ ਚੰਗੇ ਅਹੁਦੇ ਤੇ ਕੰਮ ਕਰੇਗੀ। ਹੋਣਹਾਰ ਧੀਆਂ ਨੂੰ ਪਹਿਚਾਣ ਦਿਵਾਉਣ ਵਾਲੇ ਪਿਤਾ ਰਿਆਜ਼ ਖਾਨ ਕਰੀਬ 12 ਸਾਲ ਪਹਿਲਾਂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਪਿਤਾ ਦੀ ਮੌਤ ਤੋਂ ਬਾਅਦ ਵੱਡੀਆਂ ਧੀਆਂ ਨੇ ਛੋਟੀਆਂ ਭੈਣਾਂ ਦੇ ਵਿਆਹ ਅਤੇ ਸਭ ਤੋਂ ਛੋਟੀ ਬਸ਼ਰਾ ਨੂੰ ਪੜ੍ਹਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਪਿਤਾ ਨੇ ਆਪਣੇ ਜੀਵਨ ਭਰ ਦੀ ਕਮਾਈ ਨਾਲ ਧੀਆਂ ਨੂੰ ਅਜਿਹੀ ਸਿਖਲਾਈ ਦਿੱਤੀ ਕਿ ਅੱਜ ਉਹਨਾਂ ਦਾ ਨਾਂ ਰੋਸ਼ਨ ਹੋ ਰਿਹਾ ਹੈ। ਇਸ ਤੋਂ ਬਾਅਦ ਇਹ 11 ਬੇਟੀਆਂ ਸਫਲਤਾ ਦੀ ਅਜਿਹੀ ਪੌੜੀ ਚੜ੍ਹਦੀਆਂ ਗਈਆਂ ਕਿ ਮਾਂ ਰਸ਼ੀਦਾ ਬੇਗਮ ਅਤੇ ਪਿਤਾ ਰਿਆਜ਼ ਖਾਨ ਨੂੰ ਬੇਟੇ ਬਾਰੇ ਸੋਚਣ ਦਾ ਮੌਕਾ ਵੀ ਨਹੀਂ ਦਿੱਤਾ।
ਇਹਨਾਂ ਧੀਆਂ ਨੇ ਵੱਡੀਆਂ ਹੋ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਫਿਰ ਇੱਕ ਦਿਨ ਅਜਿਹਾ ਆਇਆ ਕਿ ਇਹਨਾਂ ਧੀਆਂ ਨੇ ਆਪਣੇ ਮਾਪਿਆਂ ਦਾ ਨਾਮ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ। ਇੱਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਅਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਨੋਸ ਟੀਵੀ।